ਮੇਰੇ ਸਹੁਰਿਆਂ ਦੇ ਪਿੰਡ ਇੱਕ ਮਿਰਜ਼ਿਆਂ ਦਾ ਘਰ ਸੀ। ਉਹਨਾਂ ਦੀ ਇੱਕ ਕੁੜੀ ਸੀ ਰੋਜ਼ੀਨਾ, ਪਰ ਜਵਾਨ ਤੇ ਪੂਰੀ ਮੁਟਿਆਰ। ਪਤਾ ਨਹੀਂ ਉਹਦੀ ਅਜੇ ਤੀਕ ਸ਼ਾਦੀ ਕਿਉਂ ਨਹੀਂ ਸੀ ਹੋਈ। ਜਦ ਮੈਂ ਸਹੁਰਿਆਂ ਦੇ ਜਾਂਦਾ ਤਾਂ ਰੋਜ਼ੀਨਾ ਦਾ ਘਰ ਗੁਆਂਢ ਸੀ। ਉਹ ਵੀ ਆ ਜਾਂਦੀ, ਮੈਨੂੰ ਮਖੌਲ ਕਰਨਾ ਚਾਹੁੰਦੀ ਸੀ, ਪਰ ਬੋਲਦੀ ਬੋਲਦੀ ਤ੍ਰਭਕ ਜਾਂਦੀ ਜਿਵੇਂ ਕਿਸੇ ਛੁਰੀ ਖਿੱਚ ਮਾਰੀ ਹੋਵੇ। ਬੜੀ ਮਾਸੂਮ ਤੇ ਭਲੀ ਕੁੜੀ ਸੀ ਉਹ। ਮੇਰੇ ਨਾਲ ਕੋਈ ਗੱਲ ਕਰਨਾ ਚਾਹੁੰਦੀ ਸੀ, ਪਰ ਕਰ ਨਹੀਂ ਸੀ ਸਕਦੀ। ਤ੍ਰਭਕ ਜਾਂਦੀ ਤੇ ਫਿਰ ਉਹਦੀਆਂ ਅੱਖਾਂ ਬੁੱਝ ਜਾਂਦੀਆਂ ਸਨ। ਉਹਦੀ ਹਾਲਤ ਬਾਰੇ ਤੇ ਉਹਦੇ ਵਿਆਹ ਨਾ ਹੋਣ ਬਾਰੇ ਮੈਂ ਕੁਝ ਨਹੀਂ ਸਾਂ ਜਾਣਨਾ ਚਾਹੁੰਦਾ। ਮੈਨੂੰ ਤਾਂ ਆਪ ਆਪਣੀ ਖਬਰ ਨਹੀਂ ਸੀ, ਕਿਸੇ ਦੀ ਖਬਰ ਕਿੰਝ ਰੱਖਦਾ। ਫਿਰ ਇੱਕ ਵਾਰ ਮਾਲੂਮ ਹੋਇਆ ਕਿ ਰੋਜ਼ੀਨਾ ਰਾਤ ਦੇ ਹਨੇਰੇ ਵਿੱਚ ਕਿਸੇ ਨਾਲ ਚਲੀ ਗਈ ਏ ਤੇ ਉਹਦੀ ਕੋਈ ਖਬਰ ਨਹੀਂ ਪਈ ਮਿਲਦੀ। ਅਸੀਂ 8 ਭਰਾ ਹੋ ਗਏ ਹੋਏ ਸਾਂ, ਪਰ ਕਿਸੇ ਬਾਲੜੀ ਤੇ ਭੈਣ ਬਿਨਾਂ ਘਰ ਹੀ ਨਹੀਂ ਸੱਜਦਾ। ਰੱਬ ਦਾ ਕਰਮ ਹੋਇਆ, ਹੁਣ ਸਾਡੇ 8 ਭਰਾਵਾਂ ਦੀ ਇੱਕ ਭੈਣ ਵੀ ਆ ਗਈ। ਪਿਆਰੀ ਜਿਹੀ, ਮਾਸੂਮ ਤੇ ਭੋਲੀ ਭਾਲੀ, ਹੱਡਾਂ ਪੈਰਾਂ ਵਿੱਚ ਖੁੱਲ੍ਹੀ ਤੇ ਸਿਹਤਮੰਦ, ਹਰ ਵੇਲੇ ਮੁਸਕਰਾਉਂਦੀ, ਹੱਸਦੀ ਖੇਡਦੀ ਹੋਈ ਜਾਪਦੀ ਸੀ। ਬੜੇ ਚਿਰਾਂ ਮਗਰੋਂ ਅਸੀਂ ਮਾਂ ਦੇ ਮੂੰਹ ਉੱਤੇ ਹਾਸਾ ਵੇਖਿਆ। ਅਸੀਂ ਵੀ ਖੁਸ਼ ਸਾਂ ਕਿ ਇਹ ਸਾਡੀ ਵੀ ਇੱਕ ਭੈਣ ਏ। ਭੈਣਾਂ ਬਾਝੋਂ ਤਾਂ ਭਰਾਵਾਂ ਨੂੰ ਕੋਈ ਵੀਰ ਆਖਣ ਵਾਲਾ ਹੀ ਨਹੀਂ ਹੁੰਦਾ। ਲਫ਼ਜ਼ ਵੀਰ ਦਾ ਇੱਕ ਆਪਣਾ ਹੀ ਸਰੂਰ ਤੇ ਨਸ਼ਾ ਹੁੰਦਾ ਏ। ਇਲਾਕੇ ਦੇ ਛੋਟੇ ਜ਼ਿਮੀਂਦਾਰ ਦੇ ਮੁੰਡੇ ਵੀ ਬਾਜ਼ ਬਣੇ ਫਿਰਦੇ ਸਨ। ਜਿੱਥੇ ਕੋਈ ਇਕੱਲੀ ਦੁਕੱਲੀ ਰਾਕਾਂ ਦੀ ਕੁੜੀ ਮਿਲਦੀ, ਚਿੜੀ ਵਾਂਗ ਨੱਪ ਲੈਂਦੇ ਸਨ, ਮਧੋਲ ਕੇ ਤੇ ਰਸ ਚੂਸ ਕੇ ਛੱਡਦੇ। ਰਾਹਕ ਭਲਾ ਕੀ ਕਰ ਸਕਦੇ ਸਨ? ਸ਼ਿਕਾਇਤ ਕਰਦੇ ਤਾਂ ਉਲਟੀ ਬਦਨਾਮੀ ਹੁੰਦੀ, ਛਤਰੌਲ ਵੱਖਰੀ ਹੁੰਦੀ। ਇੱਕ ਦੂਜੇ ਦੀ ਮਦਦ ਕਰਨ ਦੀ ਬਜਾਏ ਰਾਹਕ ਇੱਕ ਦੂਜੇ ਨੂੰ ਤੰਜ਼ ਕਰਦੇ, ਦੂਜੇ ਦੀ ਬੇਇੱਜ਼ਤੀ ਉੱਤੇ ਖੁਸ਼ ਹੁੰਦੇ। ਕੋਈ ਕਿਸੇ ਦਾ ਬਾਂਹ ਬੇਲੀ ਨਾ ਬਣਦਾ। ਰੋਟੀ ਦੀ ਇੱਕ ਇੱਕ ਬੁਰਕੀ ਵਾਸਤੇ ਪਹਾੜਾਂ ਦੇ ਪਹਾੜ ਪੁੱਟਣ ਵਾਲੇ ਰਾਹਕ ਸਿਰ ਸੁੱਟ ਕੇ ਜੂਨ ਭੋਗ ਰਹੇ ਸਨ। ਜ਼ਿਮੀਂਦਾਰਾਂ ਦੀਆਂ ਸਖਤੀਆਂ ਤੋਂ ਅੱਡ ਉਹਨਾਂ ਦੇ ਪਾਲਤੂ ਗੁੰਡੇ ਵੀ ਰਾਕਾਂ ਕੋਲੋਂ ਕੁਝ ਨਾ ਕੁਝ ਖੋਹ ਲੈਣਾ ਆਪਣਾ ਹੱਕ ਸਮਝਦੇ ਸਨ। ਇਹ ਬਦਮਾਸ਼ ਤੇ ਜ਼ਿਮੀਂਦਾਰ ਮੁੰਡੇ ਚੋਰੀ ਵੀ ਕਰਦੇ ਸਨ। ਜਦ ਕਦੇ ਲਾਦ ਹੋ ਜਾਂਦੀ ਪੁਲਿਸ ਆਉਂਦੀ ਤਾਂ ਤਫਤੀਸ਼ ਰਾਕਾਂ ਦੀ ਹੁੰਦੀ। ਕੈਦ ਤੋਂ ਡਰਦੇ ਰਾਹਕ ਇਹਨਾਂ ਜ਼ਿਮੀਂਦਾਰਾਂ ਦੇ ਵਸੀਲੇ ਨਾਲ ਪੁਲਿਸ ਨੂੰ ਵੱਡੀਆਂ ਭਰਦੇ ਰਹਿੰਦੇ। ਇੰਝ ਸਾਰੀ ਹਯਾਤੀ ਵਗਾਰਾਂ ਕੱਟਦੇ ਤੇ ਵੱਡੀਆਂ ਭਰਦਿਆਂ ਹੀ ਮੁੱਕ ਜਾਂਦੀ। ਇੱਥੇ ਰਾਕਾਂ ਦੀ ਜ਼ਿੰਦਗੀ ਉਹਨਾਂ ਜਨੌਰਾਂ ਵਰਗੀ ਸੀ ਜਿਹੜੇ ਲੋਹੇ ਦੇ ਵੱਡੇ ਸਾਰੇ ਜਾਲ ਵਿੱਚ ਕੈਦ ਹੋਵਣ ਤੇ ਜਾਲ ਦਾ ਘੇਰਾ ਦਿਨੋਂ ਦਿਨ ਤੰਗ ਹੋ ਰਿਹਾ ਸੀ। ਕਿਸੇ ਨੂੰ ਕੁਝ ਖਬਰ ਨਾ ਹੁੰਦੀ ਕਿ ਬਹਾਰ ਆਈ ਸੀ, ਫੁੱਲਾਂ ਦੀ ਖੁਸ਼ਬੂ ਖਿਲਰੀ ਸੀ ਤੇ ਟਹਿਣੀਆਂ ਹਰੀਆਂ ਹੋਈਆਂ ਸਨ। ਉਹਨਾਂ ਨੂੰ ਨਹੀਂ ਮਾਲੂਮ ਹੁੰਦਾ ਕਿ ਰਾਤਾਂ ਨਿੱਖਰ ਆਈਆਂ ਹਨ ਤੇ ਤਾਰੇ ਚਮਕਦੇ ਹਨ। ਇਹੋ ਜਿਹੇ ਸਮੇਂ ਲੋਕ ਰਾਜੀ ਹੁੰਦੇ ਹਨ, ਬਹਾਰ ਦਾ ਆਨੰਦ ਮਾਣਦੇ ਹਨ, ਇੱਕ ਦੂਜੇ ਨੂੰ ਜੱਫੀ ਪਾ ਕੇ ਮਿਲਦੇ ਹਨ, ਵਿਛੜਿਆਂ ਨੂੰ ਯਾਦ ਕਰਦੇ ਹਨ। ਪਰ ਰਾਹਕ ਤਾਂ ਆਪਣੀ ਰੋਜ਼ ਦੀ ਚੋਗ ਦੀ ਭਾਲ ਅਤੇ ਜਸਤਜੂ ਵਿੱਚ ਹੀ ਫਸੇ ਰਹਿੰਦੇ ਸਨ। ਫਿਰ ਵੀ ਢਿੱਡ ਭਰ ਚੋਗ ਕਦੀ ਵੀ ਨਹੀਂ ਸੀ ਲੱਭੀ। ਇਹੋ ਜਿਹੇ ਹਾਲਾਤ ਵਿੱਚ ਮੇਰੀ ਅਜੀਬ ਕੈਫੀਅਤ ਹੋ ਜਾਇਆ ਕਰਦੀ ਸੀ। ਜੇ ਬੈਠਾ ਹੁੰਦਾ ਤਾਂ ਬੈਠਾ ਹੀ ਰਹਿੰਦਾ। ਕਈ ਵਾਰ ਤਾਂ ਭੁੱਲ ਜਾਂਦਾ ਸਾਂ ਕਿ ਮੈਂ ਕੌਣ ਆ ਤੇ ਕਿੱਥੇ ਆ। ਜੇ ਤਾਰੇ ਗਿਣਦਾ ਤਾਂ ਗਿਣੀ ਜਾਂਦਾ। ਰਾਤ ਮੁੱਕ ਜਾਂਦੀ ਪਰ ਕੈਫੀਅਤ ਨਾ ਮੁੱਕਦੀ। ਕਈ ਦਿਨ ਮੈਨੂੰ ਇਸ ਕੈਫੀਅਤ ਦੇ ਦੌਰੇ ਪੈਂਦੇ ਸਨ। ਮੇਰੀ ਵਹੁਟੀ ਮੇਰਾ ਦਿਲ ਪਰਚਾਵਣ ਦਾ ਯਤਨ ਕਰਦੀ, ਮਿੱਠਾ ਬੋਲਦੀ, ਹੱਸ ਗੱਲਾਂ ਕਰਦੀ, ਕਲਾਵੇ ਲੈ ਲੈ ਉਦਾਸੀ ਦਾ ਕਾਰਨ ਪੁੱਛਦੀ। ਮੈਂ ਕੀ ਦੱਸਦਾ? ਮੈਨੂੰ ਆਪ ਕੁਝ ਸਮਝ ਵੀ ਨਹੀਂ ਸੀ ਆਉਂਦੀ। ਮੇਰੀ ਮਾਂ ਮੇਰੇ ਵੱਲ ਤੱਕਦੀ ਰਹਿੰਦੀ ਤੇ ਮੇਰੀ ਹਾਲਤ ਉੱਤੇ ਅਫਸੋਸ ਕਰਦੀ। ਮੇਰੀ ਵਹੁਟੀ ਨੂੰ ਆਖਦੀ, ਮੇਰੇ ਪੁੱਤਰ ਨੂੰ ਕੋਈ ਗੁੱਜਾ ਰੋਗ ਏ ਜੋ ਦੱਸਣਾ ਨਹੀਂ ਚਾਹੁੰਦਾ। ਮੇਰੇ ਪਿਓ ਨੂੰ ਦੱਸਦੀ ਤਾਂ ਪਿਓ ਆਖਦਾ, ਕੁਝ ਨਹੀਂ ਇਹਨੂੰ, ਐਵੇਂ ਖੇਖਣ ਕਰਦਾ ਏ, ਕੰਮਚੋਰ, ਨਿਖੱਟੂ। ਨਜ਼ੀਰ ਦਾ ਹਾਲ ਹੀ ਕੁਝ ਹੋਰ ਸੀ। ਮੋਢਿਆਂ ਉੱਤੋਂ ਥੁੱਕ ਸੁੱਟਦਾ ਫਿਰਦਾ ਸੀ। ਜੂਹ ਦੇ ਬਾਜਾਂ ਨਾਲ ਖਹਿ ਕੇ ਰਹਿਣ ਵਿੱਚ ਉਹਨੂੰ ਸਵਾਦ ਆਉਂਦਾ ਸੀ। ਜਿੱਥੇ ਕੋਈ ਔਖਾ ਬਾਜ ਨਜ਼ਰ ਆਉਂਦਾ ਤਾਂ ਪੰਜਾ ਲੜਾਵਣ ਲਈ ਔਲਦਾ ਰਹਿੰਦਾ ਸੀ। ਪਿਓ ਨਜ਼ੀਰ ਨੂੰ ਆਖਦਾ, ਇਹ ਸਾਰੇ ਜ਼ਿਮੀਂਦਾਰ ਇੱਕ ਨੇ, ਤੂੰ ਅਸਾਂ ਵਾਸਤੇ ਕੋਈ ਮੁਸੀਬਤ ਨਾ ਸਹੇੜ ਲਵੀਂ। ਪਰ ਨਜ਼ੀਰ ਉੱਤੇ ਕਿਸੇ ਦੀ ਮੱਤ ਦਾ ਕੁਝ ਵੀ ਅਸਰ ਨਾ ਹੋਇਆ। ਉਹਨੂੰ ਤੇ ਨਵੀਂ ਚੜ੍ਹੀ ਜਵਾਨੀ ਦਾ ਖੁਮਾਰ ਤੇ ਸਰੂਰ ਸੀ। ਉੱਤੋਂ ਇੱਕ ਵੱਡੇ ਜ਼ਿਮੀਂਦਾਰ ਦੇ ਪੁੱਤਰ ਉਹਦੀ ਕੰਡ ਉੱਤੇ ਹੱਥ ਫੇਰਿਆ ਹੋਇਆ ਸੀ। ਚਲਾਕ ਜ਼ਿਮੀਂਦਾਰ ਹਮੇਸ਼ਾ ਇੰਝ ਹੀ ਕਰਦੇ ਹੁੰਦੇ ਸਨ। ਹਰ ਉੱਠਦੇ ਤੇ ਅਣਖੀ ਮੁੰਡੇ ਦੀ ਕੰਡ ਉੱਤੇ ਥਾਪੀ ਦੇ ਕੇ ਆਪਣਾ ਗੁਲਾਮ ਬਣਾ ਲੈਂਦੇ ਸਨ। ਫਿਰ ਲੜਾਈ ਝਗੜੇ ਤੇ ਕਤਲਾਂ ਵਿੱਚ ਫਸਾ ਕੇ ਆਪਣਾ ਗੁਲਾਮ ਬਣਾਈ ਰੱਖਣਾ ਜ਼ਿਮੀਂਦਾਰਾਂ ਦੇ ਫਾਇਦੇ ਵਾਲੀ ਖੇਡ ਸੀ। ਪਰ ਨਜ਼ੀਰ ਕੁਝ ਸਮਝਣਾ ਨਹੀਂ ਸੀ ਚਾਹੁੰਦਾ। ਲੋਕਾਂ ਦੇ ਝੁੱਗੇ ਫਰੋਲਣ ਦਾ ਤਾਂ ਉਹਨੂੰ ਪਹਿਲੇ ਹੀ ਚਸਕਾ ਸੀ।
ਉੱਤੋਂ ਜ਼ਿਮੀਂਦਾਰ ਦੀ ਹੱਲਾਸ਼ੇਰੀ ਨਾਲ ਹੋਰ ਵੀ ਸ਼ੇਰ ਹੋ ਗਿਆ ਸੀ। ਇੱਕ ਦਿਨ ਇੱਕ ਜ਼ਿਮੀਂਦਾਰ ਦੇ ਸਭ ਤੋਂ ਔਖੇ ਮੁੰਡੇ ਨਾਲ ਝਗੜਾ ਹੋਇਆ। ਝਗੜਾ ਵੱਧ ਕੇ ਨਜ਼ੀਰ ਕੀਤਾ ਸੀ। ਜ਼ਿਮੀਂਦਾਰ ਦੇ ਮੁੰਡੇ ਨੂੰ ਉਸ ਬਹੁਤ ਮਾਰਿਆ। ਦੋਵੇਂ ਇਕੱਲੇ ਹੀ ਸਨ, ਕੋਈ ਵੇਖਣ ਤੇ ਛੁਡਾਉਣ ਵਾਲਾ ਕੋਲ ਨਹੀਂ ਸੀ। ਜ਼ਿਮੀਂਦਾਰ ਦੇ ਮੁੰਡੇ ਮੁਆਫੀ ਮੰਗ ਕੇ ਆਪਣੀ ਜਾਨ ਛੁਡਾਈ, ਪਰ ਬੇਈਮਾਨ ਜ਼ਿਮੀਂਦਾਰ ਕੀਤੀ ਗੱਲ ਤੋਂ ਮੁੱਕਰ ਗਿਆ। ਲੜਾਈ ਵਾਸਤੇ ਬਦਮਾਸ਼ ਇਕੱਠੇ ਕਰਨ ਲੱਗ ਪਿਆ। ਪੂਰੀ ਜੂਹ ਵਿੱਚ ਰੌਲਾ ਪੈ ਗਿਆ ਕਿ ਜ਼ਿਮੀਂਦਾਰ ਕਾਦਰ ਦੇ ਮੁੰਡੇ ਨੂੰ ਰਾਕਾਂ ਦੇ ਮੁੰਡੇ ਨਜ਼ੀਰ ਮਾਰਿਆ ਏ। ਇਹ ਨਵੀਂ ਤੇ ਅਨੋਖੀ ਗੱਲ ਸੀ, ਜਿਵੇਂ ਕੁੱਤੇ ਨੂੰ ਬੰਦਾ ਵੱਢ ਖਾਂਦਾ ਏ। ਰਾਕਾਂ ਹੱਥੋਂ ਜ਼ਿਮੀਂਦਾਰ ਦੀ ਬੇਇੱਜ਼ਤੀ ਬਹੁਤ ਵੱਡੀ ਗੱਲ ਸੀ ਜਿਹੜੀ ਹੋ ਗਈ। ਸਾਨੂੰ ਆਪਣੀ ਤਬਾਹੀ ਦੀ ਫਿਕਰ ਹੋਈ। ਜ਼ਿਮੀਂਦਾਰਾਂ ਵੱਲੋਂ ਧਮਕੀਆਂ ਤੇ ਡਰਾਵੇ ਆਉਣ ਲੱਗ ਪਏ। ਸਾਡੀ ਜਾਨ ਸੁੱਕਦੀ ਜਾਂਦੀ ਸੀ, ਮਰਦੇ ਕੀ ਨਾ ਕਰਦੇ। ਸਾਨੂੰ ਵੀ ਆਉਣ ਵਾਲੀ ਵੱਡੀ ਲੜਾਈ ਲਈ ਤਿਆਰੀ ਕਰਨੀ ਪਈ। ਵਿੱਚੋਂ ਵਿੱਚ ਡਰਦੇ ਸਾਂ ਤੇ ਡਾਂਗ ਸੋਟਾ ਵੀ ਇਕੱਠਾ ਪਏ ਕਰਦੇ ਸਾਂ। ਨਜ਼ੀਰ ਖੁਸ਼ ਸੀ। ਉਹਦਾ ਆਖਣਾ ਸੀ ਕਿ ਇਹ ਜ਼ਿਮੀਂਦਾਰ ਓਨੀ ਦੇਰ ਤੀਕਰ ਹੀ ਬਹਾਦਰ ਨੇ ਜਿੰਨੀ ਦੇਰ ਅੱਗੋਂ ਕੋਈ ਸਿਰ ਨਹੀਂ ਚੁੱਕਦਾ। ਲੜਾਈ ਵਾਸਤੇ ਸਾਡੀ ਤਿਆਰੀ ਦੀਆਂ ਖਬਰਾਂ ਵੀ ਦੂਜੇ ਪਾਸੇ ਅੱਪੜੀਆਂ ਤਾਂ ਗੱਲ ਸੁਲ੍ਹਾ ਸਫਾਈ ਵੱਲ ਟੁਰ ਪਈ। ਸੁਲ੍ਹਾ ਲਈ ਅਸੀਂ ਰਾਜੀ ਸਾਂ, ਪਰ ਨਜ਼ੀਰ ਉਦਾਸ ਹੋ ਗਿਆ। ਉਹ ਲੜਨਾ ਚਾਹੁੰਦਾ ਸੀ ਤੇ ਲੜਾਈ ਵਿੱਚ ਆਪਣੇ ਹੱਥ ਵਿਖਾਉਣਾ ਚਾਹੁੰਦਾ ਸੀ। ਉਸ ਕੁਝ ਨਜਾਇਜ਼ ਹਥਿਆਰ ਵੀ ਇਕੱਠੇ ਕਰ ਲਏ ਹੋਏ ਸਨ। ਆਪਣੇ ਯਾਰਾਂ ਬੇਲੀਆਂ ਨੂੰ ਵੀ ਤਿਆਰ ਰਹਿਣ ਦਾ ਸੱਦਾ ਦਿੱਤਾ ਹੋਇਆ ਸੀ। ਜੂਹ ਦੇ ਵੱਡੇ ਜ਼ਿਮੀਂਦਾਰ ਦੋਵਾਂ ਧੜਿਆਂ ਨੂੰ ਸੁਲ੍ਹਾ ਉੱਤੇ ਰਾਜੀ ਕਰ ਲਿਆ ਸੀ। ਸੁਲ੍ਹਾ ਵੇਲੇ ਸਾਨੂੰ ਹੀ ਮੁਆਫੀ ਮੰਗਣੀ ਪਈ। ਨਜ਼ੀਰ ਨੂੰ ਬੜੀ ਖਿਝ ਚੜੀ ਕਿ ਮੁਆਫੀ ਕਾਹਦੀ, ਪਰ ਰਾਹਕ ਤਾਂ ਰਾਹਕ ਹੀ ਹੁੰਦਾ ਏ। ਸੁਲ੍ਹਾ ਕਰਵਾਉਣ ਵਾਲੇ ਦਾ ਦਾਬਾ ਵੀ ਸਾਡੇ ਉੱਤੇ ਹੀ ਸੀ। ਸੁਲ੍ਹਾ ਹੋਣ ਮਗਰੋਂ ਵੀ ਕਈ ਦਿਨ ਅਸੀਂ ਮੁਹਤਾਤ ਰਹੇ ਸਾਂ। ਇਸ ਵਾਕੇ ਪਾਰੋਂ ਜੂਹ ਦੇ ਰਾਕਾਂ ਸਾਹਮਣੇ ਸਾਡੀ ਇੱਜ਼ਤ ਵੱਧ ਗਈ ਸੀ। ਰਾਹਕ ਭਰਾ ਆ ਕੇ ਸਾਡੇ ਹੌਸਲੇ ਦੀ ਤਾਰੀਫ ਕਰਦੇ ਤੇ ਸ਼ਾਬਾਸ਼ ਦਿੰਦੇ ਸਨ। ਸਾਡੀਆਂ ਸਵਾਣੀਆਂ ਵੀ ਰਾਕਾਂ ਦੀਆਂ ਸਵਾਣੀਆਂ ਨਾਲੋਂ ਆਪਣੇ ਆਪ ਨੂੰ ਆਲਾ ਤੇ ਗੈਰਤਮੰਦ ਮਰਦਾਂ ਵਾਲੀਆਂ ਸਮਝਣ ਲੱਗ ਪਈਆਂ ਸਨ। ਸਾਡਾ ਵੀ ਹੌਸਲਾ ਹੋਰ ਵੱਧ ਗਿਆ ਸੀ, ਪਰ ਮਾਂ ਹੋਰ ਉਦਾਸ ਹੋ ਗਈ ਸੀ। ਉਹਦੇ ਖਿਆਲ ਵਿੱਚ ਜ਼ਿਮੀਂਦਾਰ ਲੋਕ ਬਹੁਤ ਕਮੀਨੇ ਹੁੰਦੇ ਨੇ। ਕਿਸੇ ਨਾ ਕਿਸੇ ਬਹਾਨੇ ਉਹ ਮੇਰੇ ਨਜ਼ੀਰ ਨੂੰ ਜ਼ਰੂਰ ਫੱਟ ਲਾਵਣਗੇ। ਅਸੀਂ ਮਾਂ ਨੂੰ ਬਹੁਤ ਤਸੱਲੀਆਂ ਦਿੰਦੇ ਕਿ ਹੁਣ ਜ਼ਿਮੀਂਦਾਰ ਇੰਨਾ ਹੌਸਲਾ ਨਹੀਂ ਕਰਨਗੇ। ਸਾਡੀ ਤਸੱਲੀ ਉੱਤੇ ਮਾਂ ਕੁਝ ਦੇਰ ਲਈ ਮਤਮਈਨ ਹੋ ਜਾਂਦੀ ਸੀ, ਪਰ ਉਹਦਾ ਦਿਲ ਡਰਦਾ ਹੀ ਰਹਿੰਦਾ ਸੀ। ਜ਼ਿਮੀਂਦਾਰ ਮਾਰ ਖਾਵਣ ਮਗਰੋਂ ਕਿਸੇ ਨਾ ਕਿਸੇ ਬਹਾਨੇ ਬਦਲਾ ਲੈਣਾ ਚਾਹੁੰਦਾ ਸੀ। ਉਹ ਸਾਹਮਣੇ ਆ ਕੇ ਲੜਾਈ ਤੇ ਨਾ ਕਰ ਸਕਿਆ, ਪਰ ਉਸ ਇੱਕ ਰੁੱਖ ਦੇ ਵੱਡੇ ਜਾਵਣ ਦਾ ਇਲਜ਼ਾਮ ਨਜ਼ੀਰ ਉੱਤੇ ਲਾ ਕੇ ਪੁਲਿਸ ਬੁਲਵਾਈ। ਪੁਲਿਸ ਸਾਡੇ ਘਰ ਨੂੰ ਇੰਝ ਘੇਰਾ ਪਾਇਆ ਜਿਵੇਂ ਅਸੀਂ ਸਾਰੇ ਦੇ ਸਾਰੇ ਇਸ਼ਤਿਹਾਰੀ ਹੁੰਨੇ ਆ। ਥਾਣੇ ਵਿੱਚ ਜਾ ਕੇ ਪੁਲਿਸ ਨਾਲ ਮੁੱਕ ਮੁਕਾ ਕਰਨਾ ਪਿਆ। ਬੜੀ ਮੁਸ਼ਕਲ ਨਾਲ ਪੁਲਿਸ ਦੀ ਮੰਗ ਪੂਰੀ ਕੀਤੀ ਸੀ। ਇੱਕ ਵਾਰੀ ਫੇਰ ਜ਼ਿਮੀਂਦਾਰ ਨਾਲ ਸੁਲ੍ਹਾ ਕਰਨੀ ਪਈ। ਜ਼ਿਮੀਂਦਾਰ ਦੀ ਕਮੀਨਗੀ ਦਾ ਨਜ਼ੀਰ ਨੂੰ ਬਹੁਤ ਵੱਟ ਸੀ। ਉਸ ਸਾਡੇ ਉੱਤੇ ਜ਼ੋਰ ਦਿੱਤਾ ਕਿ ਹੁਣ ਮੈਥੋਂ ਜਰ ਨਹੀਂ ਹੁੰਦਾ, ਮੈਨੂੰ ਅਸਲਾ ਚਾਹੀਦਾ ਏ ਲਾਇਸੈਂਸ ਵਾਲਾ। ਤੁਸਾਂ ਲੈ ਕੇ ਨਾ ਦਿੱਤਾ ਤੇ ਮੈਂ ਨਜਾਇਜ਼ ਰੱਖ ਲਵਾਂਗਾ। ਇਹਨਾਂ ਜ਼ਿਮੀਂਦਾਰਾਂ ਦੇ ਸਿੰਘ ਠੋਕਣੇ ਪੈਣਗੇ। ਗੱਲ ਤਾਂ ਨਜ਼ੀਰ ਦੀ ਠੀਕ ਸੀ। ਅਸਾਂ ਉਹਦੇ ਕੋਲੋਂ ਵਾਅਦਾ ਲਿਆ ਕਿ ਤੂੰ ਪਹਿਲ ਨਹੀਂ ਕਰੇਗਾ। ਉਸ ਪਹਿਲ ਨਾ ਕਰਨ ਦਾ ਵਾਅਦਾ ਕੀਤਾ ਤਾਂ ਅਸਾਂ ਉਹਨੂੰ ਬੰਦੂਕ ਖਰੀਦ ਕੇ ਲਿਆ ਦਿੱਤੀ। ਨਜ਼ੀਰ ਦੇ ਸੀਨਾ ਤਾਣ ਕੇ ਖਲੋ ਜਾਵਣ ਨਾਲ ਪੂਰੀ ਜੂਹ ਵਿੱਚ ਜ਼ਿਮੀਂਦਾਰ ਕੁਝ ਸੰਭਲ ਕੇ ਰਾਕਾਂ ਨਾਲ ਵਰਤਾਰਾ ਕਰਦੇ ਸਨ। ਕੁਝ ਹੋਰ ਰਾਕਾਂ ਦੇ ਮੁੰਡੇ ਵੀ ਨਜ਼ੀਰ ਨਾਲ ਰਲਣ ਲੱਗ ਪਏ ਸਨ। ਇੰਝ ਲੱਗਦਾ ਸੀ ਜਿਵੇਂ ਜੂਹ ਵਿੱਚ ਕੋਈ ਖਾਮੋਸ਼ ਤਬਦੀਲੀ ਆ ਰਹੀ ਸੀ। ਸਹਿਮੇ ਸਹਿਮੇ ਰਾਹਕ ਕੁਝ ਬੋਲਣ ਲੱਗ ਪਏ ਸਨ। ਇੱਕ ਦੂਜੇ ਦੇ ਦੁੱਖ ਦਰਦ ਤੇ ਭੈੜੇ ਵੇਲੇ ਨੇੜੇ ਲੱਗਣ ਲੱਗ ਪਏ ਸਨ। ਚੀਜ਼ਾਂ ਮਹਿੰਗੀਆਂ ਹੋਵਣ ਲੱਗ ਪਈਆਂ ਸਨ। ਮਿੱਲਾਂ ਫੈਕਟਰੀਆਂ ਵੀ ਉਸਰਨ ਵਾਲੀਆਂ ਜਾਪਦੀਆਂ ਸਨ। ਪਰ ਮੈਨੂੰ ਇਹ ਸਾਰਾ ਕੁਝ ਚੰਗਾ ਨਹੀਂ ਸੀ ਲੱਗਦਾ। ਲੜਾਈ ਝਗੜੇ ਤੇ ਮਾਰ ਕੁਟਾਈ ਕੋਲੋਂ ਮੈਨੂੰ ਬਹੁਤ ਡਰ ਆਉਂਦਾ ਸੀ। ਬਹੁਤ ਦਿਨਾਂ ਮਗਰੋਂ ਮੈਨੂੰ ਹੁਜਰੇ ਜਾਵਣ ਲਈ ਵੇਲਾ ਮਿਲਿਆ। ਉਸੇ ਤਰ੍ਹਾਂ ਦੇ ਹੀ ਲੋਕ ਬੈਠੇ ਹੋਏ ਸਨ, ਗੱਲਾਂ ਕਰ ਰਹੇ ਸਨ, ਮੇਰੀ ਸਮਝ ਤੋਂ ਉੱਚੀਆਂ ਗੱਲਾਂ। ਮੈਂ ਬਥੇਰਾ ਸਮਝਣ ਦੀ ਕੋਸ਼ਿਸ਼ ਕਰਦਾ, ਪਰ ਕੁਝ ਲਫ਼ਜ਼ਾਂ ਦੇ ਮਾਅਨੇ ਮੇਰੇ ਪੱਲੇ ਨਹੀਂ ਸਨ ਪੈਂਦੇ। ਕੁਝ ਅਜਿਹੇ ਫਿਕਰੇ ਹੁੰਦੇ ਜਿਹੜੇ ਮੇਰੇ ਮਨ ਨੂੰ ਛੂਹ ਜਾਂਦੇ ਸਨ, ਪਰ ਆਪਣੇ ਪੂਰੇ ਮਤਲਬ ਨਾਲ ਮੈਥੋਂ ਸਮਝੇ ਨਹੀਂ ਸਨ ਜਾਂਦੇ। ਕੋਇਲਿਆਂ ਦੀ ਅੰਗੀਠੀ ਉੱਤੇ ਹਾਂਡੀ ਪੱਕ ਰਹੀ ਸੀ। ਉਸਤਾਦ ਗੱਲਾਂ ਦੇ ਨਾਲ ਹਾਂਡੀ ਵੀ ਆਪੇ ਹੀ ਪਕਾ ਰਹੇ ਸਨ। ਨਿੱਕੇ ਜਿਹੇ ਹੁਜਰੇ ਵਿੱਚ ਧੂੰਆਂ ਭਰਿਆ ਗਿਆ ਸੀ। ਕੋਈ ਬੰਦਾ ਵੀ ਧੂਏ ਦੇ ਜ਼ਿਆਦਾ ਹੋਵਣ ਦੀ ਸ਼ਿਕਾਇਤ ਨਹੀਂ ਸੀ ਕਰਦਾ। ਉਸਤਾਦ ਦੀਆਂ ਗੱਲਾਂ ਵਿੱਚ ਇੰਨੇ ਖੁੱਬੇ ਹੋਏ ਸਨ ਕਿ ਜਿਵੇਂ ਇਹ ਸਾਹ ਹੀ ਨਹੀਂ ਸਨ ਲੈ ਰਹੇ। ਕਦੇ ਵਾਹ ਕਰਦੇ ਤੇ ਕਦੇ ਕੋਈ ਨਿੱਕਾ ਜਿੰਨਾ ਸਵਾਲ ਦਾ ਜਵਾਬ ਦਿੰਦਿਆਂ ਉਸਤਾਦ ਜੀ ਕਈ ਸ਼ੇਅਰ ਸੁਣਾਉਂਦੇ।
ਵਾਕਿਆਂ ਤੇ ਦਲੀਲਾਂ ਨਾਲ ਸਵਾਲ ਨੂੰ ਸਮਝਾਉਣ ਦਾ ਯਤਨ ਕਰਦੇ। ਕਦੇ ਕਦੇ ਮੁਲਕਾਂ ਦੇ ਨਾਂ ਵੀ ਲੈਂਦੇ ਕਿ ਫਲਾਣੇ ਵੇਲੇ ਫਲਾਂ ਮੁਲਕ ਵਿੱਚ ਇੰਝ ਹੋਇਆ ਸੀ, ਫਲਾਣੇ ਕੀਤਾ ਸੀ, ਫਲਾਣੇ ਆਪਣੀ ਕਿਤਾਬ ਲਿਖਣ ਦਾ ਇਹ ਕਾਰਨ ਦੱਸਿਆ ਸੀ। ਮੇਰੇ ਵਾਸਤੇ ਅਜੀਬ ਜਿਹੀਆਂ ਗੱਲਾਂ ਸਨ। ਕੋਈ ਹੋਰ ਹੀ ਮਾਹੌਲ ਤੇ ਹੋਰ ਹੀ ਦੁਨੀਆ ਜਾਪਦੀ ਸੀ ਉਹਨਾਂ ਦੀ ਗੁਫ਼ਤਗੂ ਵਿੱਚ। ਪਰ ਮੈਂ ਸੋਚਦਾ, ਦਫਾ ਕਰੋ, ਮੈਨੂੰ ਕੀ ਇਹਨਾਂ ਗੱਲਾਂ ਨਾਲ। ਮੈਂ ਤੇ ਫਿਲਮ ਦੇ ਗੀਤ ਲਿਖਣਾ ਚਾਹੁੰਦਾ ਵਾਂ। ਜਦ ਮੌਕਾ ਮਿਲਿਆ ਤਾਂ ਗੱਲ ਕਰਾਂਗਾ, ਪਰ ਇੱਥੇ ਗੱਲ ਕਰਨ ਦਾ ਮੌਕਾ ਹੀ ਨਹੀਂ ਪਿਆ ਮਿਲਦਾ। ਲੋਕ ਤੇ ਬੜੇ ਸਵਾਦ ਨਾਲ ਗੱਲਾਂ ਸੁਣੀ ਜਾਂਦੇ ਨੇ। ਰੋਟੀ ਖਾਣ ਵੇਲੇ ਸਭ ਲੋਕਾਂ ਰਲ ਕੇ ਰੋਟੀ ਖਾਧੀ, ਪਰ ਗੱਲਾਂ ਫੇਰ ਵੀ ਹੁੰਦੀਆਂ ਰਹੀਆਂ। ਰੋਟੀ ਖਵਾਉਣ ਲਈ ਉਸਤਾਦ ਮੈਨੂੰ ਆਪਣੇ ਕੋਲ ਬਿਠਾਇਆ। ਕੁਝ ਬੁਰਕੀਆਂ ਮੇਰੇ ਮੂੰਹ ਵਿੱਚ ਵੀ ਪਾਈਆਂ, ਸਗੋਂ ਆਪਣੀ ਥਾਲੀ ਵਿੱਚੋਂ ਜਿਹੜੀ ਚੰਗੀ ਬੋਟੀ ਹੁੰਦੀ ਉਹ ਮੈਨੂੰ ਖਵਾ ਦਿੰਦੇ। ਇੰਝ ਦੇ ਲੋਕ ਵੀ ਹੁੰਦੇ ਨੇ, ਮੈਂ ਸੋਚਣਾ। ਆਪਣੀ ਖੁਰਾਕ ਦੂਜੇ ਦੇ ਮੂੰਹ ਵਿੱਚ। ਮੇਰੇ ਲਈ ਹੈਰਾਨੀ ਵਾਲੀ ਗੱਲ ਸੀ ਕਿਉਂ ਜੋ ਸਿਵਾਏ ਮੇਰੀ ਨਾਨੀ ਦੇ ਮੇਰੇ ਨਾਲ ਇੰਝ ਦਾ ਸਲੂਕ ਖਾਣ ਪੀਣ ਵੇਲੇ ਕਿਸੇ ਨਹੀਂ ਸੀ ਕੀਤਾ। ਮੇਰੇ ਨਾਲ ਪਿਆਰ ਕਰਨ ਵਾਲੇ ਮਾਸੀ ਬਸ਼ੀਰਾਂ, ਜ਼ੋਰਾ ਤੇ ਮੇਰੋ ਵੀ ਮੈਨੂੰ ਉਸਤਾਦ ਤੋਂ ਕੁਝ ਛੋਟੇ ਹੀ ਜਾਪਣ ਲੱਗ ਪਏ ਸਨ। ਪਰ ਜ਼ੋਰਾ ਵਾਸਤੇ ਅਜੇ ਵੀ ਦਿਲ ਵਿੱਚ ਕੋਈ ਰੀਝ ਹੈ ਸੀ। ਚੰਗੀ ਤਾਂ ਮੇਰੋਂ ਵੀ ਲੱਗਦੀ ਸੀ, ਪਰ ਇੱਥੋਂ ਤੇ ਕੁਝ ਹੋਰ ਹੀ ਆਨੰਦ ਤੇ ਸਵਾਦ ਸੀ। ਉਸਤਾਦ ਦੇ ਸਲੂਕ ਬਾਰੋਂ ਵੀ ਰਾਜੀ ਸਾਂ ਤੇ ਖਿਝ ਵੀ ਚੜ੍ਹਦੀ ਸੀ। ਮੈਂ ਜਿਹੜੇ ਕੰਮ ਆਇਆ ਸਾਂ ਉਹ ਤੇ ਹੋ ਹੀ ਨਹੀਂ ਰਿਹਾ। ਮੈਥੋਂ ਕੁਝ ਸੁਣਦੇ ਹੀ ਨਹੀਂ ਸਨ। ਰੋਟੀ ਖਾਣ ਮਗਰੋਂ ਮੈਂ ਕੁਝ ਦੇਰ ਬੈਠਾ ਰਿਹਾ ਤਾਂ ਉਸਤਾਦ ਜੀ ਆਖਿਆ, ਸ਼ੇਖੂਪੁਰੀਆ, ਮੈਨੂੰ ਤੇਰੇ ਜਜ਼ਬਿਆਂ ਦਾ ਖਿਆਲ ਏ। ਸੁਣਾਂਗੇ ਤੈਨੂੰ ਵੀ, ਆਮਦਾ ਜਾਂਦਾ ਰਵੀਂ। ਸਾਫ਼ ਮਾਲੂਮ ਹੋ ਰਿਹਾ ਸੀ ਕਿ ਹੁਣ ਮੈਨੂੰ ਜਾਵਣ ਲਈ ਆਖਿਆ ਗਿਆ ਏ, ਪਰ ਮੇਰੇ ਜਜ਼ਬਿਆਂ ਦੀ ਖਬਰ, ਮੇਰੇ ਦੁੱਖ ਇਹਨਾਂ ਨੂੰ ਮਾਲੂਮ ਨੇ। ਮੇਰੇ ਲਈ ਇਹ ਬਹੁਤ ਵੱਡੀ ਗੱਲ ਸੀ। ਕਈ ਵਾਰ ਮੈਂ ਹੁਜਰੇ ਗਿਆ ਤੇ ਆਇਆ, ਹਰ ਵਾਰ ਇੰਝ ਹੀ ਹੁੰਦਾ। ਗੱਲ ਕਰਨ ਦਾ ਮੌਕਾ ਹੀ ਨਾ ਮਿਲਦਾ। ਲੋਕ ਸਨ ਕਿ ਜਾਂਦੇ ਹੀ ਨਹੀਂ ਸਨ, ਗੱਲਾਂ ਸੁਣਦੇ ਰਹਿੰਦੇ ਸਨ, ਸਗੋਂ ਹੋਰ ਆ ਜਾਂਦੇ ਸਨ। ਜੇ ਕੋਈ ਇੱਕ ਜਾਂਦਾ ਤੇ ਦੋ ਆ ਜਾਂਦੇ ਸਨ। ਪਰ ਇੱਕ ਹੋਰ ਗੱਲ ਮੇਰੇ ਲਈ ਹੈਰਾਨੀ ਵਾਲੀ ਸੀ। ਉਸਤਾਦ ਸਾਰਾ ਦਿਨ ਬੈਠੇ ਰਹਿੰਦੇ ਸਨ, ਗੱਲਾਂ ਕਰਦੇ ਆਕਦੇ ਨਾ ਥੱਕਦੇ ਸਨ, ਜਿਵੇਂ ਹਰਦਮ ਤਾਜ਼ਾ ਦਮ ਹੋਵਣ। ਉੱਥੋਂ ਦੀਆਂ ਗੱਲਾਂ ਭਾਵੇਂ ਮੇਰੀ ਸਮਝ ਤੋਂ ਬਾਹਰ ਸੀ, ਫੇਰ ਵੀ ਮਾਲੂਮ ਹੁੰਦਾ ਸੀ ਕਿ ਇਹ ਲੋਕ ਗੱਲਾਂ ਸੱਚੀਆਂ ਤੇ ਖਰੀਆਂ ਕਰਦੇ ਜਾਪਦੇ ਨੇ। ਇੰਨੀ ਤੰਗ ਕੋਠੜੀ ਵਿੱਚ ਰਹਿਣ ਵਾਲਾ ਬੰਦਾ ਕਿੰਨਾ ਖੁਸ਼ ਤੇ ਮੁਤਮਈਨ ਜੀਵਨ ਹੰਢਾ ਰਿਹਾ ਏ। ਮੇਰੇ ਅੰਦਰ ਇੱਕ ਹੋਰ ਖੋਈ ਲੱਗੀ ਕਿ ਮਾਲੂਮ ਕਰਾਂ ਕਿ ਇਹ ਬੰਦਾ ਕਿੱਥੋਂ ਤੇ ਕੌਣ ਏ। ਅਜੇ ਇੰਨਾ ਹੀ ਮਾਲੂਮ ਹੋਇਆ ਕਿ ਉਸਤਾਦ ਸ਼ਾਇਰ ਏ, ਪੰਜਾਬੀ ਜ਼ੁਬਾਨ ਦਾ, ਪਰ ਹਰ ਵੇਲੇ ਇੱਥੇ ਹੀ ਬੈਠਾ ਰਹਿੰਦਾ ਏ। ਬਾਲ ਬੱਚਾ ਤੇ ਮਾਪੇ ਅੰਗ ਸਾਕ ਕਿਉਂ ਨਹੀਂ, ਇਹ ਸਾਰਾ ਕੁਝ ਜਾਣਨ ਦੀ ਮੈਨੂੰ ਇੱਛਾ ਹੋਈ। ਕੁਝ ਵੇਲਾ ਲੰਘਣ ਮਗਰੋਂ ਮੈਨੂੰ ਹੁਜਰੇ ਨਾਲ ਨਾਮਾਲੂਮ ਜਿਹੀ ਉਣਸ ਹੋਈ ਜਾਪਦੀ ਸੀ। ਮੈਨੂੰ ਜਦੋਂ ਘਰ ਦੇ ਕੰਮਾਂ ਤੋਂ ਵੇਲ ਮਿਲਦੀ, ਮੈਂ ਝੱਟ ਆਂਦਾ, ਸਲਾਮ ਕਰਦਾ ਤੇ ਚੁੱਪ-ਚਾਪ ਬੈਠ ਕੇ ਗੱਲਾਂ ਸੁਣਦਾ ਰਹਿੰਦਾ ਤੇ ਸ਼ਾਮ ਨੂੰ ਘਰ ਪਰਤ ਆਮਦਾ। ਉੱਥੇ ਜ਼ੁਬਾਨ ਖੋਲ੍ਹਣ ਦੀ ਹਿੰਮਤ ਹੀ ਨਾ ਹੁੰਦੀ। ਮੇਰੇ ਅੰਦਰ ਕੁਝ ਤਬਦੀਲੀ ਹੋਵਣ ਲੱਗ ਪਈ ਸੀ। ਹੁਜਰੇ ਵਿੱਚ ਹੋਵਣ ਵਾਲੀਆਂ ਗੱਲਾਂ ਦੀ ਕੁਝ ਸਮਝ ਆਵਣ ਲੱਗ ਪਈ ਸੀ। ਦੁਨੀਆ ਦੀ ਸਿਆਸੀ ਚਾਲ, ਮਜ਼ਦੂਰਾਂ ਦੇ ਹਾਲਾਤ, ਕਿਸਾਨਾਂ ਤੇ ਰਾਕਾਂ ਨਾਲ ਹੋਵਣ ਵਾਲੇ ਧਰੋਹ ਬਾਰੇ ਗੱਲਾਂ ਦੀ ਸਮਝ ਆਵਣ ਲੱਗ ਪਈ ਸੀ। ਜਮਹੂਰੀਅਤ, ਸੋਸ਼ਲਿਜ਼ਮ ਤੇ ਮਾਰਸ਼ਲ ਲਾਅ ਬਾਰੇ ਵੀ ਕੁਝ ਮਾਲੂਮ ਹੋਇਆ। ਇੰਡੋ ਪਾਕ ਵਿੱਚ ਕਸ਼ਮੀਰੀ ਝਗੜੇ ਦੇ ਨਾਲ ਰੂਸ, ਚੀਨ, ਅਮਰੀਕਾ ਤੇ ਦੂਜੇ ਮੁਲਕਾਂ ਬਾਰੇ ਵੀ ਕੁਝ ਜਾਣਕਾਰੀ ਮਿਲੀ। ਉਰਦੂ ਤੇ ਪੰਜਾਬੀ ਸ਼ੇਅਰੋ ਅਦਬ ਵਿੱਚ ਫਰਕ ਤੇ ਮਜਾਜ ਦਾ ਪਤਾ ਲੱਗਾ। ਪਰ ਅਜੇ ਵੀ ਮੇਰਾ ਅੰਦਰਲਾ ਬੰਦਾ ਮੁਤਮਈਨ ਨਹੀਂ ਸੀ। ਇੱਕ ਦਿਹਾੜੇ ਸਾਡੇ ਘਰ ਬਰਾਦਰੀ ਦੇ ਕੁਝ ਲੋਕ ਆਏ। ਉਹਨਾਂ ਸਾਡੇ ਪਿਓ ਨਾਲ ਗੱਲਾਂ ਕਰਦਿਆਂ ਆਖਿਆ, ਮੁਲਕ ਵਿੱਚ ਇਲੈਕਸ਼ਨ ਹੋਣ ਵਾਲਾ ਏ। ਸੁਣਿਆ ਏ ਕਿ ਇਲੈਕਸ਼ਨ ਮੁਨਸਫਾਨਾ ਹੋਸੀ। ਸਾਡਾ ਖਿਆਲ ਏ ਕਿ ਇਸ ਇਲੈਕਸ਼ਨ ਵਿੱਚ ਅਸੀਂ ਵੀ ਹਿੱਸਾ ਲਈਏ। ਇਹਦੇ ਲਈ ਕਿਸੇ ਪਾਰਟੀ ਵਿੱਚ ਰਲ ਜਾਈਏ ਜਾਂ ਕੋਈ ਵੱਖਰੀ ਜਮਾਤ ਬਣਾ ਲਈਏ। ਉਹਨਾਂ ਦਾ ਲਹਿਜਾ ਜੋਸ਼ੀਲਾ ਸੀ। ਕੁਝ ਦਿਨਾਂ ਮਗਰੋਂ ਰਾਹਕ ਬਰਾਦਰੀ ਦੇ ਛੋਟੇ ਇਕੱਠ ਹੋਵਣ ਲੱਗ ਪਏ। ਜ਼ਿਮੀਂਦਾਰਾਂ ਦੀ ਗੱਲ ਕੋਈ ਨਹੀਂ ਸੀ ਸੁਣਦਾ। ਛੋਟੇ ਇਕੱਠਾਂ ਮਗਰੋਂ ਇੱਕ ਵੱਡਾ ਇਕੱਠ ਹੋਇਆ। ਸਾਰੇ ਰਾਹਕ ਹੁਮ-ਹੁਮਾ ਕੇ ਆਏ ਸਨ। ਸਾਰੇ ਸੋਸ਼ਲਿਜ਼ਮ ਦੇ ਹਾਮੀ ਸਨ ਤੇ ਉਸੇ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਸਨ ਜਿਹਦਾ ਹਮਾਇਤੀ ਲੀਡਰ ਸ਼ੇਖ ਰਸ਼ੀਦ ਇਕੱਠ ਵਿੱਚ ਆਇਆ ਹੋਇਆ ਸੀ। ਸ਼ੇਖ ਰਸ਼ੀਦ ਨੇ ਇਕੱਠ ਵਿੱਚ ਸੋਸ਼ਲਿਜ਼ਮ ਦੀ ਗੱਲ ਕੀਤੀ। ਉਸ ਬੜੀਆਂ ਸੋਹਣੀਆਂ ਤੇ ਖਰੀਆਂ ਗੱਲਾਂ ਕੀਤੀਆਂ ਸਨ। ਰਾਕਾਂ, ਮਜ਼ਦੂਰਾਂ ਤੇ ਕਿਸਾਨਾਂ ਦੀ ਬਰਬਾਦੀ ਦੀ ਗੱਲ ਕੀਤੀ। ਉਹਦੀਆਂ ਗੱਲਾਂ ਸੁਣ ਕੇ ਰਾਹਕ ਬਹੁਤ ਹੀ ਖੁਸ਼ ਹੋਏ। ਇਕੱਠ ਵਿੱਚ ਜੋਸ਼ ਸੀ ਤੇ ਕੁਝ ਕਰਨ ਦਾ ਚਾਅ ਚੜਿਆ ਹੋਇਆ ਸੀ। ਇੰਝ ਜਿਵੇਂ ਸਾਰੇ ਡਰ ਤੇ ਖੌਫ ਲੈ ਗਏ ਹੋਵਣ। ਗੱਭਰੂਆਂ ਖੁਸ਼ੀ ਨਾਲ ਭੰਗੜੇ ਪਾਏ ਤੇ ਨਾਅਰੇ ਮਾਰੇ। ਬਰਾਦਰੀ ਦੀ ਇੱਕ ਤਨਜ਼ੀਮ ਬਣਾਈ ਗਈ। ਉਸ ਤਨਜ਼ੀਮ ਦਾ ਸੈਕਟਰੀ ਮੈਨੂੰ ਬਣਾਇਆ ਗਿਆ।
ਏਡੇ ਵੱਡੇ ਇਕੱਠ ਵਿੱਚ ਮੈਂ ਕੀ ਬੋਲਦਾ। ਉੱਤੋਂ ਪਿਓ ਦਾ ਆਖਣਾ ਸੀ ਕਿ ਮੈਨੂੰ ਹੀ ਸੈਕਟਰੀ ਬਣਨਾ ਪਵੇਗਾ। ਮੈਂ ਸੈਕਟਰੀ ਬਣ ਤਾਂ ਗਿਆ, ਪਰ ਮੇਰਾ ਦਿਲ ਨਹੀਂ ਸੀ ਮੰਨ ਰਿਹਾ। ਮੈਨੂੰ ਤਾਂਘ ਹੁਜਰੇ ਦੀ ਸੀ। ਮੈਨੂੰ ਤਾਂ ਸਮਝ ਨਹੀਂ ਸੀ ਕਿਸੇ ਵੀ ਤਨਜ਼ੀਮ ਦੀ। ਮੇਰੇ ਅੰਦਰ ਕੁਝ ਹੋਰ ਹੀ ਟੁੱਟ ਭੱਜ ਹੋ ਰਹੀ ਸੀ। ਸ਼ੇਖ ਰਸ਼ੀਦ ਦੀਆਂ ਗੱਲਾਂ ਮੈਨੂੰ ਵੀ ਚੰਗੀਆਂ ਲੱਗਦੀਆਂ ਸਨ, ਪਰ ਸੈਕਟਰੀ ਵਾਲਾ ਕੰਮ ਮੈਥੋਂ ਭਾਰੀ ਜਾਪਦਾ ਸੀ। ਤਨਜ਼ੀਮ ਦਾ ਸਦਰ, ਜਿਹੜਾ 55-56 ਸਾਲ ਦਾ ਬੰਦਾ ਸੀ, ਉਹ ਸ਼ੇਖ ਰਸ਼ੀਦ ਦਾ ਵਾਕਫ ਤੇ ਬੇਲੀ ਸੀ। ਉਸ ਮੈਨੂੰ ਸ਼ੇਖ ਰਸ਼ੀਦ ਸਾਹਮਣੇ ਲਿਆ ਕੇ ਆਖਿਆ, ਸ਼ੇਖ ਜੀ, ਇਹ ਮੁੰਡਾ ਹੀ ਸਾਡਾ ਸਭ ਕੁਝ ਏ। ਅਸੀਂ ਤਾਂ ਬਸ ਐਵੇਂ ਆਸਰਾ ਵਾਂ। ਬੜੀ ਮੁਸੀਬਤ ਬਣੀ ਮੇਰੇ ਲਈ ਕਿ ਮੈਂ ਹੀ ਸਭ ਕੁਝ ਕਿੰਜ ਹੋਇਆ। ਮੈਂ ਉੱਥੋਂ ਨੱਸ ਜਾਣਾ ਚਾਹੁੰਦਾ ਸਾਂ, ਪਰ ਪਿਓ ਦੀ ਘੂਰੀ ਮੇਰੇ ਪੈਰ ਜਕੜ ਦਿੱਤੇ ਸਨ। ਮੈਂ ਚੁੱਪ ਕਰਕੇ ਸਾਰੀ ਕਾਰਵਾਈ ਵੇਖਦਾ ਸੁਣਦਾ ਰਿਹਾ। ਸ਼ੇਖ ਰਸ਼ੀਦ ਦਾ ਦਫ਼ਤਰ ਲਾਹੌਰ ਸੀ, ਇਛਰੇ ਵਿੱਚ। ਖੌਰੇ ਉਸ ਵੇਲੇ ਉਹ ਕਿਸਾਨ ਪਾਰਟੀ ਦੇ ਸਦਰ ਸਨ। ਉਹਨੇ ਮੈਨੂੰ ਕਿਤਾਬਾਂ ਤੇ ਪੈਂਫਲੇਟ ਦਿੱਤੇ ਪੜ੍ਹਨ ਵਾਸਤੇ। ਕਿਤਾਬਾਂ ਤੇ ਪੈਂਫਲੇਟ ਮੈਂ ਪੜ੍ਹਨ ਦਾ ਯਤਨ ਕਰਦਾ, ਪਰ ਉੱਕਾ ਸਮਝ ਨਾ ਆਉਂਦੀ। ਨਵੀਆਂ ਗੱਲਾਂ ਤੇ ਨਵੇਂ ਲਫ਼ਜ਼ ਸਨ। ਸਾਰੇ ਇਲਾਕੇ ਵਿੱਚ ਸੋਸ਼ਲਿਜ਼ਮ ਹੁੰਦਾ ਫਿਰਦਾ ਸੀ। ਹਰ ਰਾਹਕ ਮਜ਼ਦੂਰ ਤੇ ਕੰਮੀ, ਸਾਰੇ ਗਰੀਬ ਮਸਕੀਨ ਸੋਸ਼ਲਿਜ਼ਮ ਦੇ ਹਮਾਇਤੀ ਸਨ। ਉਹਨਾਂ ਦਿਨਾਂ ਵਿੱਚ ਕੰਮੀ ਲੋਕਾਂ ਵਿੱਚ ਭਾਈਚਾਰਾ ਵੀ ਵੱਧ ਗਿਆ ਹੋਇਆ ਜਾਪਦਾ ਸੀ। ਸਾਰੇ ਹੀ ਆਉਣ ਵਾਲੇ ਚੰਗੇ ਸਮੇਂ ਦੀ ਆਸ ਲਾਈ ਬੈਠੇ ਸਨ। ਇਲਾਕੇ ਦੇ ਖਾਂਦੇ ਪੀਂਦੇ ਤੇ ਭੋਏ ਵਾਲੇ ਲੋਕ ਰਾਕਾਂ ਤੇ ਗਰੀਬਾਂ ਨੂੰ ਟਿਚਕਰ ਕਰਦੇ ਹੋਏ ਆਖਦੇ, ਤੁਹਾਨੂੰ ਹਰ ਇੱਕ ਨੂੰ 12-12 ਕਿੱਲੇ ਮਿਲਣਗੇ, ਪਰ ਲੱਕੜ ਦੇ। ਮੌਲਵੀ ਵੀ ਪੈਸੇ ਵਾਲੇ ਤੇ ਜ਼ਿਮੀਂਦਾਰਾਂ ਨਾਲ ਰਲ ਕੇ ਕੰਮੀ ਤੇ ਗਰੀਬ ਲੋਕਾਂ ਤੇ ਤੰਜ ਕਰਦਾ ਤੇ ਆਖਦਾ, ਤੁਹਾਨੂੰ ਤੇ ਤੁਹਾਡੀਆਂ ਵਹੁਟੀਆਂ ਨੂੰ ਵੱਖਰੇ ਵੱਖਰੇ ਕੰਮਾਂ ਤੇ ਲਾਇਆ ਜਾਵੇਗਾ। ਇੰਝ ਹੀ ਤੁਹਾਨੂੰ ਹਕੂਮਤ ਤੇ ਮੁਲਕ ਦਾ ਵਾਰਸ ਬਣਾਵਣਗੇ। ਮੌਲਵੀ ਹੋਰ ਵੀ ਬੜੀਆਂ ਗੰਦੀਆਂ ਗੱਲਾਂ ਕਰਕੇ ਜੀ ਸਾੜਦਾ ਰਹਿੰਦਾ ਸੀ, ਪਰ ਨਿਮਾਣੇ ਲੋਕ ਦਿਲੋਂ ਜਾਨੋਂ ਸੋਸ਼ਲਿਜ਼ਮ ਦੇ ਨਾਲ ਸਨ। ਉਹਨਾਂ ਕਿਸੇ ਦੀ ਕੋਈ ਪਰਵਾਹ ਨਾ ਕੀਤੀ। ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ।